ਹੈਲੋ ਸਟੂਡੈਂਟ, ਅੱਜ ਦਾ ਆਪਣਾ ਟੌਪਿਕ ਆ ਇੰਡੀਅਨ ਇਲੈਕਟ੍ਰੀਕਲ ਰੂਲਸ। ਪਹਿਲਾਂ ਆਪਾਂ ਇੰਟਰੋਡਕਸ਼ਨ ਕਰਾਂਗੇ। ਇੰਡੀਅਨ ਇਲੈਕਟ੍ਰੀਕਲ ਰੂਲਸ ਜਿਹੜੇ 1956 'ਚ ਬਣੇ ਆ, ਅੰਡਰ ਸੈਕਸ਼ਨ 37 ਬਣੇ ਆ, ਜਿਹੜਾ ਕਿ ਐਕਟ ਪਾਸ ਹੋਇਆ ਸੀ 1910 ਦੇ ਵਿੱਚ। ਉਹਦੇ ਅਕੋਰਡਿੰਗਲੀ ਜਿਹੜਾ 1956 ਦੇ ਵਿੱਚ ਰੂਲਸ ਬਣਾਏ ਇੰਡੀਅਨ ਇਲੈਕਟ੍ਰੀਕਲ ਰੂਲਸ, ਅਤੇ ਜਿਹੜੇ ਹੁਣ ਤੱਕ ਆਪਾਂ ਫੋਲੋ ਕਰਦੇ ਹਾਂ, ਜਿਨ੍ਹਾਂ ਨੂੰ ਬਾਅਦ 'ਚੋਂ ਰੀਡਿਫਾਈਨ ਵੀ ਕੀਤਾ ਗਿਆ ਈਅਰ 2003 ਦੇ ਵਿੱਚ। ਇਹ ਆਪਾਂ ਨੂੰ ਪ੍ਰੋਵਾਈਡ ਕਰਦੇ ਆ ਗਾਈਡਲਾਈਨਸ ਫॉर ਜਨਰੇਸ਼ਨ, ਟਰਾਂਸਮਿਸ਼ਨ ਐਂਡ ਸਪਲਾਈ ਐਂਡ ਯੂਜ਼ ਆਫ ਇਲੈਕਟ੍ਰੀਕਲ ਐਨਰਜੀ। ਜਿਹੜੇ ਜਦੋਂ ਵੀ ਆਪਾਂ ਜਨਰੇਸ਼ਨ ਕਰਨੀ ਆ ਉਸ ਦੌਰਾਨ ਕਿਹੜੇ ਰੂਲਸ ਫੋਲੋ ਕਰਨੇ ਆ, ਜਾਂ ਟਰਾਂਸਮਿਸ਼ਨ ਕਰਨੀ ਆ ਉਸ ਦੌਰਾਨ ਕਿਹੜੇ ਰੂਲਸ ਫੋਲੋ ਕਰਨੇ ਆ, ਜਾਂ ਸਪਲਾਈ ਜਿਹੜੀ ਦੇਣੀ ਆ ਕੰਜ਼ਿਊਮਰਸ ਨੂੰ ਉਸ ਦੌਰਾਨ ਕਿਹੜੇ ਰੂਲਸ ਫੋਲੋ ਕਰਨੇ ਆ, ਅਤੇ ਜਿਹੜੇ ਵੀ ਆਪਾਂ ਨੂੰ ਸਪਲਾਈ ਦਿੱਤੀ ਆ ਉਹਦੀ ਇਲੈਕਟ੍ਰੀਕਲ ਐਨਰਜੀ ਦਾ ਯੂਜ਼ ਜਿਹੜਾ ਕਰਨਾ ਵਾ ਉਹਦੇ ਵੀ ਰੂਲਸ ਬਣੇ ਹੋਏ ਆ। ਉਹਨੂੰ ਆਪਾਂ ਕਿਸ ਤਰ੍ਹਾਂ ਯੂਜ਼ ਕਰਨਾ ਵਾ ਐਨਰਜੀ ਨੂੰ, ਇਹ ਆਪਾਂ ਨੂੰ ਇਨਫੋਰਮੇਸ਼ਨ ਦਿੰਦੇ ਆ, ਗਾਈਡਲਾਈਨਸ ਦਿੰਦੇ ਆ ਇਹ ਰੂਲਸ। ਟੋਟਲ ਇਹ 146 ਰੂਲਸ ਆ, ਜਿਨ੍ਹਾਂ ਵਿੱਚੋਂ ਆਪਾਂ ਕੁਛ ਕੁ ਡਿਸਕਸ ਕਰਾਂਗੇ। ਪਹਿਲਾ ਰੂਲ ਆਪਣਾ ਰੂਲ ਨੰਬਰ 30, ਜਿਹੜਾ ਇਹ ਗਾਈਡਲਾਈਨਸ ਦੇ ਵਿੱਚੋਂ ਆਪਣੀ ਜਿਹੜੀ ਰੂਲ ਬੁੱਕ ਆ ਉਹਦੇ ਵਿੱਚ ਰੂਲ ਨੰਬਰ 30 ਆ। ਉਹ ਕੀ ਆ? ਸਰਵਿਸ ਲਾਈਨ ਐਂਡ ਆਪਰੇਟਰਸ ਔਨ ਕੰਜ਼ਿਊਮਰ ਪਰਮਸਿਸ। ਜਿਹੜੀਆਂ ਸਰਵਿਸ ਲਾਈਨ ਜਿਹੜੀ ਆਪਣੇ ਘਰ ਨੂੰ ਤਾਰ ਆਉਂਦੀ ਉਹਨੂੰ ਆਪਾਂ ਸਰਵਿਸ ਲਾਈਨ ਕਹਿੰਦੇ ਹਾਂ। ਜਿਹੜੇ ਵੀ ਆਪਣੇ ਆਪਰੇਟਰਸ ਆ, ਕੋਈ ਸਵਿੱਚ ਬੋਰਡ ਲੱਗੇ ਆ, ਜਾਂ MCB ਜਾਂ ਫਿਊਜ਼ ਜਿਹੜੇ ਲੱਗੇ ਆ, ਉਹਨਾਂ ਨੂੰ ਆਪਾਂ ਜਿਹੜੇ ਕੰਜ਼ਿਊਮਰ ਪਰਮਸਿਸ ਦੇ ਉੱਤੇ ਆਪਰੇਟਰਸ ਆ ਉਹ ਕਹਿੰਦੇ ਆ। ਜਿਹੜੀ ਸਪਲਾਈ ਲਾਈਨ ਆਉਂਦੀ ਆ ਉਹ ਪ੍ਰੋਪਰ ਵੇ ਦੇ ਨਾਲ ਆ ਰਹੀ ਆ, ਅਤੇ ਜਿਹੜੀ ਵਾਇਰਿੰਗ ਫਿਟਿੰਗ ਆ ਘਰ ਦੀ ਉਹ ਪ੍ਰੋਪਰ ਹੈਗੀ ਆ, ਤਾਂ ਜਿਹੜੇ ਆਪਰੇਟਰਸ ਆ ਜਿਹੜੇ ਉਹ ਗੁੱਡ ਕੰਡੀਸ਼ਨ ਦੇ ਵਿੱਚ ਆ, ਕੋਈ ਇੱਦਾਂ ਦਾ ਤਾਂ ਨਹੀਂ ਬਈ ਖਤਰੇ ਵਾਲੀ ਕੰਡੀਸ਼ਨ ਦੇ ਵਿੱਚ ਨਾ ਹੋਵੇ, ਕੋਈ ਸਵਿੱਚ ਵੈਸੇ ਨਾ ਲਟਕਦੀ ਹੋਵੇ, ਪ੍ਰੋਪਰ ਵੇ ਦੇ ਨਾਲ ਫਿਟਿੰਗ ਹੋਵੇ, ਕੋਈ ਨਟ ਵਗੈਰਾ ਲੂਜ਼ ਨਾ ਹੋਵੇ, ਤਾਂ ਕਿ ਸਵਿੱਚ ਨੂੰ ਜਦੋਂ ਔਨ ਕਰੀਏ ਇਹ ਨਾ ਹੋਵੇ ਸਵਿੱਚ ਹਿਲਦੀ ਹੋਵੇ, ਪ੍ਰੋਪਰ ਵੇ ਦੇ ਨਾਲ ਫਿਕਸ ਹੋਵੇ ਸਵਿੱਚ, ਉਹਦੇ 'ਚ ਕੋਈ ਖਤਰੇ ਵਾਲੀ ਗੱਲ ਨਾ ਹੋਵੇ। ਪ੍ਰੀਕਾਸ਼ਨਸ ਵਰਤੀਆਂ ਹੋਣੀਆਂ ਚਾਹੀਦੀਆਂ ਵਾ, ਜਿਹੜੀਆਂ ਜਦੋਂ ਆਪਣੀ ਫਿਟਿੰਗ ਹੋਈ ਹੋਵੇ ਪ੍ਰੋਪਰ, ਉਹਦੀ ਖਤਰੇ ਵਾਲੀ ਕੋਈ ਗੱਲ ਨਾ ਹੋਵੇ ਜਦੋਂ ਜਿਹੜੀ ਸਪਲਾਈ ਜਾਂ ਜਿਹੜੇ ਆਪਰੇਟਰਸ ਆ ਉਸ ਦੌਰਾਨ। ਨੈਕਸਟ ਰੂਲ ਆਪਣਾ ਰੂਲ ਨੰਬਰ 31। ਇਹਦੇ ਵਿੱਚ ਕੀ ਆ? ਜਿਹੜੇ 2 ਕੰਡਕਟਰ ਹੁੰਦੇ ਆ ਆਪਣੇ, ਜੇ ਸਿੰਗਲ ਫੇਸ ਸਪਲਾਈ ਆ ਆਪਣੇ 2 ਕੰਡਕਟਰ ਆ, ਜੇ ਆਪਣੇ ਕੋਲ 3 ਫੇਸ ਸਪਲਾਈ ਆ ਘਰ ਨੂੰ ਤਾਂ ਉਹਦੇ 4 ਕੰਡਕਟਰ ਆ, 3 ਫੇਸ ਅਤੇ ਇੱਕ ਜਿਹੜਾ ਨਿਊਟਰਲ ਕੰਡਕਟਰ ਉਹ ਆ। ਇਹਨਾਂ ਦੇ ਵਿੱਚ ਜਿਹੜੇ 2 ਆਪਾਂ ਪਹਿਲਾਂ ਸਿੰਗਲ ਫੇਸ ਦੀ ਗੱਲ ਕਰਾਂਗੇ। ਇੱਕ ਲਾਈਵ ਕੰਡਕਟਰ ਜਾਂ ਫੇਸ ਕੰਡਕਟਰ ਕਹਿ ਦਿੰਦੇ ਹਾਂ ਉਹਨੂੰ ਆਪਾਂ। ਦੂਸਰਾ ਜਿਹੜਾ ਨਿਊਟਰਲ ਅਰਥ ਕੰਡਕਟਰ, ਜਿਹਨੂੰ ਆਪਾਂ ਨਿਊਟਰਲ ਅਰਥਡ ਕੰਡਕਟਰ ਵੀ ਕਹਿ ਦਿੰਦੇ ਹਾਂ ਅਤੇ ਨਿਊਟਰਲ ਕੰਡਕਟਰ ਵੀ ਕਹਿ ਦਿੰਦੇ ਹਾਂ। ਦੋਨਾਂ ਦੇ ਉੱਪਰ ਪ੍ਰੋਪਰ ਕੱਟ ਆਊਟ ਹੋਣਾ ਚਾਹੀਦਾ ਵਾ, ਤਾਂ ਕਿ ਜਦੋਂ ਆਪਾਂ ਕੋਈ ਵੀ ਫੋਲਟ ਪੈ ਜਾਂਦਾ ਉਹਨੂੰ ਕੱਟ ਕਰਕੇ ਕੋਈ ਕੰਮ ਕਰ ਸਕਦੇ ਆਪਾਂ। ਨੈਕਸਟ ਰੂਲ ਨੰਬਰ 32। ਰੂਲ ਨੰਬਰ 32 ਕੀ ਆ? ਆਈਡੈਂਟੀਫਿਕੇਸ਼ਨ ਆਫ ਅਰਥਡ ਐਂਡ ਅਰਥ ਨਿਊਟਰਲ ਕੰਡਕਟਰ ਐਂਡ ਪੋਜੀਸ਼ਨ ਆਫ ਸਵਿੱਚ ਐਂਡ ਕੱਟ ਆਊਟ ਦੇਅਰ ਇਨ। ਇਹ ਕੀ ਆ? ਜਿਹੜੀ ਸਵਿੱਚ ਦੀ ਪੋਜੀਸ਼ਨ ਆ, ਸਵਿੱਚ ਸ਼ੈਲ ਬੀ ਔਨ ਅ ਲਾਈਵ ਕੰਡਕਟਰ। ਜਿਹੜੀ ਸਵਿੱਚ ਆ ਉਹ ਹਮੇਸ਼ਾ ਜਿਹੜੀ ਲਾਈਵ ਕੰਡਕਟਰ ਦੇ ਉੱਤੇ, ਫੇਸ ਕੰਡਕਟਰ ਦੇ ਉੱਤੇ ਲੱਗੀ ਹੋਣੀ ਚਾਹੀਦੀ ਆ। ਨੋ ਕੱਟ ਆਊਟ, ਜਿਹੜਾ ਕੋਈ ਵੀ ਕੱਟ ਆਊਟ ਨਹੀਂ ਹੋਣਾ ਚਾਹੀਦਾ। ਲਿੰਕ ਔਰ ਸਵਿੱਚ, ਨਾ ਕੋਈ ਲਿੰਕ ਹੋਣਾ ਚਾਹੀਦਾ, ਨਾ ਕੋਈ ਸਵਿੱਚ ਹੋਣੀ ਚਾਹੀਦੀ ਆ। ਔਨ ਨਿਊਟਰਲ ਕੰਡਕਟਰ, ਨਿਊਟਰਲ ਕੰਡਕਟਰ ਦੇ ਉੱਤੇ ਨਾ ਕੋਈ ਸਵਿੱਚ ਹੋਣੀ ਚਾਹੀਦੀ ਹੈ, ਨਾ ਕੋਈ ਲਿੰਕ ਹੋਣਾ ਚਾਹੀਦਾ ਵਾ। ਵਿਦਾਊਟ, ਬਸ ਇਕੱਲਾ ਗੈਂਗ ਸਵਿੱਚ ਤੋਂ ਬਿਨਾਂ ਕੋਈ ਉਹਦੇ 'ਤੇ ਨਾ ਕੋਈ ਲਿੰਕ ਹੋਣਾ ਚਾਹੀਦਾ, ਨਾ ਉਹ 'ਚ ਕੋਈ ਕੱਟ ਆਊਟ ਹੋਣਾ ਚਾਹੀਦਾ ਵਾ। ਨੈਕਸਟ ਰੂਲ ਆਪਣਾ ਰੂਲ ਨੰਬਰ 33। ਅਰਥ ਟਰਮੀਨਲ ਔਨ ਅ ਕੰਜ਼ਿਊਮਰ ਪਰਮਸਿਸ। ਜਿਹੜਾ ਅਰਥ ਟਰਮੀਨਲ ਆ ਉਹ ਕੰਜ਼ਿਊਮਰ ਪਰਮਸਿਸ ਦੇ ਉੱਤੇ ਪ੍ਰੋਵਾਈਡ ਹੋਣਾ ਚਾਹੀਦਾ, ਜਿਹੜਾ ਹਰੇਕ ਸਪਲਾਇਰ ਆ ਉਹਨੂੰ ਪ੍ਰੋਵਾਈਡ ਕਰਾਉਣਾ ਪੈਂਦਾ ਵਾ। ਅਤੇ ਜਿਹੜੀ ਮੀਡੀਅਮ ਹਾਈ ਜਾਂ ਐਕਸਟਰਾ ਹਾਈ ਵੋਲਟੇਜ ਇੰਸਟਾਲੇਸ਼ਨ ਹੁੰਦੀਆਂ ਵਾ, ਉੱਥੇ ਓਨਰ ਨੂੰ ਆਪ ਪ੍ਰੋਵਾਈਡ ਕਰਾਉਣਾ ਪੈਂਦਾ, ਆਪਦੀ ਇੰਡੀਵਿਜੂਅਲ ਅਰਥਿੰਗ ਕਰਵਾ ਕੇ
ਇੰਡੀਵਿਜੂਅਲੀ ਜਿਹੜੀ ਉਹ ਇੰਡੀਪੈਂਡੈਂਟ ਇਲੈਕਟ੍ਰੋਡ ਲਵਾ ਕੇ ਉਹਦੀ ਅਰਥਿੰਗ ਕਰਵਾਉਣੀ ਪੈਂਦੀ ਆ। ਹਰੇਕ ਜਿਹੜੇ ਇਕਵਿਪਮੈਂਟ ਆ ਉਹਦੀ ਪ੍ਰੋਪਰ ਅਰਥਿੰਗ ਕਰਾਉਣੀ ਪੈਂਦੀ ਆ। ਨੈਕਸਟ ਰੂਲ ਨੰਬਰ 34, ਅਸੈਸਿਬਿਲਿਟੀ ਆਫ ਬੇਅਰਡ ਕੰਡਕਟਰ। ਜੇ ਕੋਈ ਵੀ ਜਿਹੜਾ ਅਨਇੰਸੂਲੇਟਿਡ ਕੰਡਕਟਰ ਆ ਉਸ 'ਤੇ ਜੇ ਉਹ ਕੰਡਕਟਰ ਪਾਇਆ ਵਾ ਤਾਂ ਉਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਜਿਹੜੀ ਵੀ ਬਿਲਡਿੰਗ ਦੇ ਵਿੱਚ ਜਿਹੜਾ ਵੀ ਓਨਰ ਆ ਉਹ ਕੰਡਕਟਰ ਦਾ, ਉਹਨੇ ਕੀ ਗੱਲਾਂ ਦਾ ਖਿਆਲ ਰੱਖਣਾ ਵਾ। ਇੰਸ਼ੋਰ ਦੈਟ ਦੇਅਰ ਆਰ ਇਨ ਅਸੈਸਿਬਿਲਿਟੀ। ਜਿਹੜਾ ਵੀ ਉਹ ਅਨਇੰਸੂਲੇਟਿਡ ਕੰਡਕਟਰ ਆ ਉਹ ਪਹਿਲਾਂ ਤਾਂ ਪਹੁੰਚ ਤੋਂ ਬਾਹਰ ਹੋਣਾ ਚਾਹੀਦਾ ਵਾ, ਕਿਸੇ ਦੀ ਪਹੁੰਚ 'ਚ ਨਹੀਂ ਆਉਣਾ ਚਾਹੀਦਾ ਛੇਤੀ। ਮਤਲਬ ਕਿ ਉਹਨੂੰ ਸੂਟੇਬਲ ਹਾਈਟ ਜਾਂ ਸੂਟੇਬਲ ਡਿਸਟੈਂਸ ਦੇ ਉੱਤੇ ਰੱਖਣਾ, ਜਾਂ ਕੋਈ ਉਹਦੇ ਅਗੇਂਸਟ ਕੋਈ ਫੈਂਸਿੰਗ ਵਗੈਰਾ ਲੱਗੀ ਹੋਣੀ ਚਾਹੀਦੀ ਆ ਤਾਂ ਕਿ ਉਹ ਸਿੱਧਾ ਕੋਈ ਉਹਦੇ 'ਚ ਕੰਟੈਕਟ ਦੇ ਵਿੱਚ ਨਾ ਆਵੇ ਜਿਹੜਾ ਆਪਣਾ ਕੰਡਕਟਰ ਲੱਗਿਆ ਹੋਇਆ। ਨੈਕਸਟ ਉਹਦੇ 'ਚ ਜਿਹੜੀ ਸਵਿੱਚ ਪ੍ਰੋਵਾਈਡ ਹੋਣੀ ਚਾਹੀਦੀ ਆ ਤਾਂ ਕਿ ਜੇ ਕੋਈ ਆਪਾਂ ਨੂੰ ਕਿਸੇ ਵੀ ਕੰਡੀਸ਼ਨ ਦੇ ਵਿੱਚ ਆਪਾਂ ਨੂੰ ਸਪਲਾਈ ਬੰਦ ਕਰਨੀ ਪਵੇ, ਉਹ ਈਜ਼ੀਲੀ ਜਿਹੜੀ ਸਵਿੱਚ ਔਫ ਕਰਕੇ ਆਪਾਂ ਉਹਨੂੰ ਬੰਦ ਕਰ ਸਕੀਏ। ਉਹ ਇਸ ਕੰਡੀਸ਼ਨ ਦੇ ਵਿੱਚ ਹੋਣਾ ਚਾਹੀਦਾ ਵਾ। ਅਤੇ ਹੋਰ ਉਹਦੇ ਵਿੱਚ ਇੰਸਪੈਕਸ਼ਨ ਦੌਰਾਨ ਜਿਹੜੀਆਂ ਸੇਫਟੀ ਮੈਜ਼ਰਮੈਂਟ ਦਾ ਖਿਆਲ ਰੱਖਿਆ ਹੋਣਾ ਚਾਹੀਦਾ ਵਾ ਪ੍ਰੋਪਰ ਉਹਦੀ ਇੰਸਪੈਕਸ਼ਨ ਦੌਰਾਨ ਜਿਹੜੀ। ਨੈਕਸਟ ਆਪਣਾ ਰੂਲ ਨੰਬਰ 35, ਕੌਸ਼ਨ ਨੋਟਿਸ ਐਂਡ ਡੇਂਜਰ ਨੋਟਿਸ। ਇਹਨੂੰ ਆਪਾਂ ਜਿਹੜਾ ਆਪਣੇ ਕੋਈ ਵੀ ਸਪਲਾਈ ਆ ਜਾਂ ਕੋਈ ਵੀ ਆਪਣੀ ਇਲੈਕਟ੍ਰੀਕਲ ਮੋਟਰ ਆ ਜਾਂ ਜਨਰੇਟਰ ਆ, ਕਿਤੇ ਵੀ ਜਿਹੜਾ ਉਹ ਆਪਾਂ ਚਾਹੇ ਇੰਡਸਟਰੀ ਆ, ਚਾਹੇ ਲੈਬ ਆ, ਚਾਹੇ ਜਨਰੇਸ਼ਨ ਸਟੇਸ਼ਨ ਆ ਜਾਂ ਟਰਾਂਸਮਿਸ਼ਨ ਸਬਸਟੇਸ਼ਨ ਆ, ਉਹਨਾਂ ਦੇ ਉੱਤੇ ਆਪਾਂ ਡੇਂਜਰ ਨੋਟਿਸ ਲਾਉਣਾ ਵਾ ਬਈ ਇਸ ਦੇ ਵਿੱਚ ਇੰਨੀ ਵੋਲਟੇਜ ਰਨ ਕਰਦੀ ਪਈ ਆ, ਉਹਦੀ ਪਲੇਟ ਲਾਉਣੀ ਆ। ਜਿਵੇਂ ਇਹਦੇ ਵਿੱਚ ਆਪਾਂ ਲਿਖਿਆ ਹੋਇਆ, ਓਨਰ ਆਫ ਐਵਰੀ ਮੀਡੀਅਮ ਐਕਸਟਰਾ ਹਾਈ ਐਂਡ ਹਾਈ ਵੋਲਟੇਜ ਇੰਸਟਾਲ ਸ਼ੈਲ ਬੀ ਅਫਿਕਸਡ ਪਰਮਾਨੈਂਟਲੀ in conspicuous position of a danger notice in Hindi or English and a local language of a district with the sign of skull and bones। ਇਹਦੇ ਵਿੱਚ ਜਿਹੜਾ ਡੇਂਜਰ ਨੋਟਿਸ ਲਾਉਣਾ, ਇਹਦੇ ਵਿੱਚ ਹਿੰਦੀ ਜਿਹੜੀ ਆਪਣੀ ਰਾਸ਼ਟਰੀ ਭਾਸ਼ਾ ਔਰ ਇੰਗਲਿਸ਼ ਅਤੇ ਇੰਗਲਿਸ਼ ਵਿੱਚ ਜਾਂ ਇੰਗਲਿਸ਼ ਦੇ ਵਿੱਚ ਲਿਖਿਆ ਹੋਣਾ ਚਾਹੀਦਾ। ਨਾਲ ਜਿਹੜੀ ਲੋਕਲ ਲੈਂਗੁਏਜ ਆ ਉਹਦੇ 'ਚ ਜ਼ਰੂਰ ਲਿਖਿਆ ਹੋਣਾ ਚਾਹੀਦਾ। ਲੋਕਲ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਲਿਖਿਆ ਹੋਣਾ ਚਾਹੀਦਾ, ਜਾਂ ਹੋਰ ਅਦਰ ਸਟੇਟਸ ਦੇ ਵਿੱਚ ਜਿਹੜੇ ਉਹ ਸਟੇਟ ਦੀ ਲੈਂਗੁਏਜ ਆ ਉਸ ਲੈਂਗੁਏਜ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਵਾ ਬਈ ਇਹ ਇੰਨੀ ਵੋਲਟੇਜ ਆ, ਇਹ ਸਪਲਾਈ ਆ। ਅਤੇ ਇਹਦੇ ਉੱਤੇ ਜਿਹੜਾ ਆਪਾਂ ਸਾਈਨ ਬਣਿਆ ਹੋਣਾ ਚਾਹੀਦਾ। ਸਕਲ ਮਤਲਬ ਖੋਪੜੀ ਦਾ ਨਿਸ਼ਾਨ, ਬੋਨਸ ਮਤਲਬ ਹੱਡੀਆਂ ਦਾ, ਜਿਹੜਾ ਡਾਇਗਰਾਮ ਦੇ ਵਿੱਚ ਫਿਗਰ ਦੇ ਵਿੱਚ ਦਿੱਤਾ ਵੀ ਹੋਇਆ, ਖੋਪੜੀ ਦਾ ਅਤੇ ਹੱਡੀਆਂ ਦਾ ਨਿਸ਼ਾਨ ਬਣਿਆ ਹੋਣਾ ਚਾਹੀਦਾ ਵਾ। ਨੈਕਸਟ ਰੂਲ ਆ ਆਪਣਾ ਰੂਲ ਨੰਬਰ 36, ਹੈਂਡਲਿੰਗ ਆਫ ਇਲੈਕਟ੍ਰੀਕਲ ਸਪਲਾਈ ਲਾਈਨਸ ਆਪਰੇਟਰਸ। ਜਿਹੜੀ ਵੀ ਆਪਣੀ ਇਲੈਕਟ੍ਰੀਕਲ ਸਪਲਾਈ ਲਾਈਨਸ ਆ ਆਪਰੇਟਰਸ ਨੂੰ ਜਾਂਦੀਆਂ ਵਾ, ਉਹਦੇ ਵਿੱਚ ਕੀ ਖਿਆਲ ਰੱਖਣਾ ਵਾ। ਉਹਦੇ ਵਿੱਚ ਖਿਆਲ ਰੱਖਣਾ ਵਾ ਬਈ ਜਿਹੜੇ ਆਪਣੇ ਕੋਈ ਵੀ ਇਲੈਕਟ੍ਰੀਕਲ ਸਪਲਾਈ ਉਹਨੂੰ ਕਿਵੇਂ ਹੈਂਡਲ ਕਰਨਾ ਵਾ, ਪ੍ਰੋਪਰ ਵੇ ਦੇ ਨਾਲ ਹੈਂਡਲਿੰਗ ਕਰਨੀ ਹੋਣੀ ਚਾਹੀਦੀ। ਆਪਣੀ ਜਿੰਨੇ ਵੀ ਵਰਕਰ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵਾ ਪ੍ਰੋਪਰ ਵੇ ਦੇ ਨਾਲ ਆਪਾਂ ਰਬੜ ਸ਼ੂਜ਼, ਸੇਫਟੀ ਕਿਟਸ ਪਾ ਕੇ, ਸੇਫਟੀ ਬੈਲਟ ਪਾ ਕੇ, ਰਬੜ ਗਲਵਜ਼ ਪਾ ਕੇ ਜਾਂ ਲੈਡਰਸ ਦਾ ਯੂਜ਼ ਕਰਕੇ ਜਿੰਨੇ ਵੀ ਇਲੈਕਟ੍ਰੀਕਲ ਡਿਵਾਈਸ ਆ ਉਹ ਉਹਨਾਂ ਕੋਲ ਹੋਣੇ ਚਾਹੀਦੇ ਆ ਜਦੋਂ ਉਹਨਾਂ ਨੇ ਇਲੈਕਟ੍ਰੀਕਲ ਸਪਲਾਈ ਉੱਤੇ ਕੰਮ ਕਰਨਾ ਵਾ। ਹੈਲਮਟਸ ਪ੍ਰੋਵਾਈਡ ਹੋਣੇ ਚਾਹੀਦੇ ਆ ਉਹਨਾਂ ਨੂੰ, ਲਾਈਨ ਟੈਸਟਰ ਹੋਣੇ ਚਾਹੀਦਾ ਉਹਨਾਂ ਕੋਲ, ਅਤੇ ਹੋਰ ਪ੍ਰੋਟੈਕਟਿੰਗ ਡਿਵਾਈਸ ਲਾਈਕ ਮਕੈਨੀਕਲ ਇੰਜਰੀ ਤੋਂ ਬਚਣ ਵਾਸਤੇ ਹੈਲਮਟ ਵਗੈਰਾ ਜਾਂ ਸੇਫਟੀ ਸ਼ੂ, ਜਾਂ ਜਿਹੜਾ ਰਬੜ ਮੈਟ ਜੇ ਸਬਸਟੇਸ਼ਨ ਦੇ ਵਿੱਚ ਕੰਮ ਕਰਦੇ ਪਏ ਆ ਬੰਦੇ ਤਾਂ ਰਬੜ ਮੈਟ ਵਿਛੇ ਹੋਣੇ ਚਾਹੀਦੇ ਸਬਸਟੇਸ਼ਨ ਦੇ ਵਿੱਚ। ਇਹ ਜਿਹੜੀ ਸੇਫਟੀ ਇਲੈਕਟ੍ਰੀਕਲ ਸਪਲਾਈ ਦੇ ਦੌਰਾਨ ਜਿਹੜੇ ਆਪਰੇਟਰਸ ਉਹ ਜ਼ਰੂਰ ਹੋਣੇ ਚਾਹੀਦੇ ਜਿਹੜੇ ਵੀ ਇਲੈਕਟ੍ਰੀਕਲ ਵਰਕਰਸ ਕੰਮ ਕਰਦੇ ਆ।
ਨੈਕਸਟ ਆਪਣਾ ਰੂਲ ਨੰਬਰ 37, ਸਪਲਾਈ ਆਫ ਵਹੀਕਲ ਕਰੇਨਸ ਐਕਸੈਕਟਰਾ। ਜਿਹੜੀ ਵੀ ਆਪਣੇ ਵਹੀਕਲਸ ਕਰੇਨਸ ਆ ਜਿਨ੍ਹਾਂ ਨੂੰ ਸਪਲਾਈ ਜਾਂਦੀ ਆ, ਉਹਨਾਂ ਦੇ ਵਿੱਚ ਜਿਹੜਾ ਆਪਾਂ ਨੂੰ ਪ੍ਰੋਪਰ ਵੇ ਦੇ ਨਾਲ ਜਿਹੜੇ ਇਹ ਇੰਸ਼ੋਰ ਹੋਣਾ ਚਾਹੀਦਾ ਵੀ ਜਿੰਨੀ ਵੀ ਆਪਣੀ ਰੇਲ ਆ ਉਹ ਇਲੈਕਟ੍ਰੀਕਲ ਕੰਟੀਨਿਊਸ ਹੋਵੇ ਅਤੇ ਪ੍ਰੋਪਰ ਅਰਥ ਹੋਵੇ। ਇਹ ਗੱਲਾਂ ਦਾ ਖਿਆਲ ਰੱਖਣਾ ਇਹਦੇ ਵਿੱਚ ਸਪਲਾਈ ਆਫ ਵਹੀਕਲ ਕਰੇਨ ਐਕਸੈਕਟਰਾ ਦੇ ਵਿੱਚ, ਜਿਹੜਾ ਰੂਲ ਨੰਬਰ 37 ਦੇ ਵਿੱਚ। ਨੈਕਸਟ ਰੂਲ ਆ ਆਪਣਾ ਰੂਲ ਨੰਬਰ 38, ਕੇਬਲ ਫॉर ਪੋਰਟੇਬਲ ਔਰ ਟਰਾਂਸਪੋਰਟੇਬਲ ਐਪਰੇਟਸ। ਜਿਹੜੀ ਵੀ ਕੋਈ ਪੋਰਟੇਬਲ ਚੀਜ਼ ਆ, ਕੋਈ ਵੀ ਫੈਨ ਆ ਜਾਂ ਜਨਰੇਟਰ ਆ, ਟਰਾਂਸਫਾਰਮਰ ਆ, ਰੈਕਟੀਫਾਇਰ ਆ, ਇਲੈਕਟ੍ਰੀਕਲ ਡਰਿੱਲ ਆ, ਇਲੈਕਟ੍ਰੀਕਲ ਸਪਰੇਅਰ ਆ, ਵੈਲਡਿੰਗ ਸੈੱਟ ਆ, ਕੋਈ ਵੀ ਪੋਰਟੇਬਲ ਚੀਜ਼ ਆ ਜਿਹੜੀ ਟਰਾਂਸਪੋਰਟੇਬਲ ਹੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾ ਕੇ ਆਪਾਂ ਯੂਜ਼ ਕਰ ਸਕਦੀ ਹੋਈਏ, ਕੋਈ ਫਿਕਸ ਨਾ ਹੋਵੇ ਜਿਹੜੀ, ਉਹਨੂੰ ਜਿਹੜੇ ਪ੍ਰੋਪਰ ਉਹਦੀ ਜਿਹੜੀ ਉਹਦੇ 'ਚ ਫਲੈਕਸੀਬਲ ਕੇਬਲ ਨਹੀਂ ਯੂਜ਼ ਕਰਨੀ ਆਪਾਂ, ਪ੍ਰੋਪਰ ਵੇ ਇੰਸੂਲੇਸ਼ਨ ਹੈਵੀ ਇੰਸੂਲੇਸ਼ਨ ਵਾਲੀ ਕੇਬਲ ਉਹਦੇ 'ਚ ਯੂਜ਼ ਕਰਨੀ ਆਪਾਂ। ਜਿਵੇਂ ਆਪਾਂ ਕੋਈ ਵੀ ਵੈਲਡਿੰਗ ਸੈੱਟ ਲੈ ਕੇ ਆਉਂਦੇ ਆ, ਜਿਵੇਂ ਵੈਲਡਰ ਜਿਹੜਾ ਆਪਣੇ ਘਰ ਵੈਲਡਿੰਗ ਸੈੱਟ ਲੈ ਕੇ ਆਉਂਦਾ, ਉਹਨੂੰ ਜਿਹੜੀ ਕੇਬਲ ਪ੍ਰੋਵਾਈਡ ਹੁੰਦੀ ਆ ਉਹ ਪ੍ਰੋਪਰ ਇੰਸੂਲੇਟਡ ਹੋਣੀ ਚਾਹੀਦੀ ਆ। ਇਹ ਨਾ ਹੋਵੇ ਵੀ ਫਲੈਕਸੀਬਲ ਕੇਬਲ ਕੋਈ ਨੋਰਮਲ ਕੇਬਲ ਪਾਤੀ ਹੋਵੇ ਜਿਹਦੀ ਕੋਈ ਇੰਨੀ ਇੰਸੂਲੇਸ਼ਨ ਨਾ ਹੋਵੇ, ਤਾਂ ਉਹਦੇ ਨਾਲ ਆਪਾਂ ਨੂੰ ਖਤਰਾ ਹੋ ਸਕਦਾ। ਇਹ ਰੂਲ ਅੰਡਰ ਰੂਲ 38 ਦੇ ਆਉਂਦਾ ਵਾ। ਅਤੇ ਜੇ ਆਪਾਂ ਕੋਈ ਮੈਟੈਲਿਕ ਕੰਮ ਕਰਨਾ ਤਾਂ ਉਹਦੇ ਵਾਸਤੇ ਉਹਦੀ ਮੈਟੈਲਿਕ ਕਵਰਿੰਗ ਹੋਣੀ ਚਾਹੀਦੀ ਆ, ਜਾਂ ਜਿੱਥੇ ਆਪਾਂ ਨੂੰ ਜ਼ਿਆਦਾ ਕੰਮ ਹੈਗਾ ਵਾ, ਜਿੱਥੇ ਲੱਗਦਾ ਵੀ ਕੋਈ ਮੈਟੈਲਿਕ ਇੰਜਰੀ ਹੋ ਸਕਦੀ ਆ, ਮਕੈਨੀਕਲ ਇੰਜਰੀ ਹੋ ਸਕਦੀ ਆ, ਉੱਥੇ ਜਿਹੜਾ ਉਹਨੂੰ ਮੈਟੈਲੀਕਲ ਕਵਰ ਹੋਣਾ ਚਾਹੀਦਾ। ਅਤੇ ਉਹ ਜਿਹੜਾ ਮੈਟੈਲਿਕ ਕਵਰ ਆ ਉਹਦੀ ਪ੍ਰੋਪਰ ਅਰਥਿੰਗ ਹੋਣੀ ਚਾਹੀਦੀ ਆ, ਉਹਦੀ ਬਾਡੀ ਨੂੰ ਟੱਚ ਕਰਕੇ ਉਹਦੀ ਅਰਥਿੰਗ ਹੋਣੀ ਚਾਹੀਦੀ ਹੈ, ਜਿਹੜਾ ਵੀ ਆਪਣਾ ਆਪਰੇਟਸ ਆਪਾਂ ਯੂਜ਼ ਕਰਨਾ ਵਾ। ਥੈਂਕ ਯੂ। ਨੈਕਸਟ ਟੋਪਿਕ ਦੇ ਵਿੱਚ ਫਿਰ ਆਪਾਂ ਨੈਕਸਟ ਅੱਗੇ ਰੂਲਸ ਜਿਹੜੇ ਆ ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਥੈਂਕ ਯੂ ਵੈਰੀ